परम सम्मानयोग जबर तख्त छत्र जी के मालिक जुगो जुगा टल धन धन श्री गुरु ग्रंथ साहिब जी महाराज सच्चे पातशाह जी दे हजूर सजे महान गुरमतु समागमां दी हाजरी भरदियां जो बैठी गुरु की साजी अति नवाजी साध संगत जीओ वड्डे भाग हन साध संगत जी। असी महापुरखां दे वरुसाए होए अस्थान गुरुद्वारा नानकसर साहिब पिछले कई रोज़ा तो आप जी गुरबानी कीर्तन कथा विचारां हर जस श्रवण करके लाहा प्राप्त कर रहे हो। आओ अमृत बाणी दे कीर्तन आप जी ने श्रवण कीते हन। गुरमत विचारां द्वारा सांझ करिए। सब तो पहला गुरफतेह नाल सांझ पाओ। माई भाई रसना करो पावन। मिलजुल के आखो जी वाहिगुरू जी का खालसा वाहिगुरू जी की फतेह। जेड़ी संगत आ रही है मत्था टेक के बड़े सहज नाल जिथे भी थां मिलदी बैठण दा यतन करो। और साध संगत जी आपसी वार्ता नहीं करनी, चुप दा दान बख्शिश करना है। बाहर जिहड़ियां संगतां इधर उधर गुरमुख प्यारे टहल रहे ने वो गुरु दरबार की हाजरी भरो। गुरु दीवाना विच सजो। गुरु दरबार की हाजरी भर के लाहा प्राप्त करो। आपां जिस वास्ते आए हाँ जिहड़े लंगर पानी माई पाई छक रहे ने जिन्हां ने छक लिया है वो दोवें ही छकण वाले पहुंच जाओ दरबार विच जुड़ बैठो। लंगर पानी छक के भी इधर उधर दीयां बातां नहीं करनियां, दीवाना की हाजरी भरनी है। कीमती समा लाहा प्राप्त करिए साध संगत जी। फिर एक बारी बड़े अदब साथ आखो जी वाहिगुरू जी का खालसा वाहिगुरू जी की फतेह। साध संगत जी ये पावन दीवान तुहानू पता है धन धन बाबा ईश्वर सिंह जी महाराज नानकसर कलेरा महापुरखां दे बरसी दिहाड़े नू समर्पित हन। नाल ही पहला प्रकाश गुरु ग्रंथ साहिब महाराज जी का इस पावन दिवस नूं भी समर्पित ने। मैं गुरु ग्रंथ साहिब महाराज की सिरजना किस तरह गुरु अर्जन देव महाराज जी ने संपादनता की, किस तरह बाणी लिखाई है, बाणी लिखी किवें गई, संपन्नता किवें हुई, इस विषय में तुरना है। प्रथम बेनती करके चलांगा साध संगत महापुरखां की याद में जुड़ बैठे हाँ। हुणे बचन आपां सुनिया है बाबा कबीर जी कहंदे ने ऐ मनुख संत जन कोई साधु जन रब दा प्यारा महात्मा मिले ना ओदी गैल ना छड्डी ओदा पिछा ना छड्डी। शब्द आखे ने कबीर संत की गैल ना छोड़िया। गैल पकड़ लेना गह लेना पिछे पै जान नहीं जी तुहाडे बिना सरदा ही नहीं।
ਜਿਹਨੂੰ ਕਹਿੰਦੇ ਨੇ ਪੰਜਾਬੀ ਚ ਸ਼ਬਦ ਵੀ ਖਹਿੜੇ ਪੈ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਖਹਿੜਾ ਨਾ ਛੱਡੀ ਸੰਤ ਦਾ। ਤੇ ਮਹਾਰਾਜ ਜੇ ਸੰਤਾਂ ਨਾਲ ਜੁੜੇ ਰਹੀਏ ਫਿਰ ਮਿਲੇਗਾ ਕੀ? ਕਹਿੰਦੇ ਉਹਨਾਂ ਦੇ ਰਸਤੇ ਤੇ ਤੁਰਨਾ ਔਖਾ ਹੈ, ਪਰ ਜੇ ਕੋਈ ਤੁਰ ਜਾਏ ਨਾ ਉਹਨੂੰ ਪ੍ਰਾਪਤੀ ਬੜੀ ਵੱਡੀ ਹੁੰਦੀ ਹੈ। ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ, ਪੇਖਤ ਹੀ ਪੁਨੀਤ ਹੋਏ, ਭੇਟਤ ਜਪੀਐ ਨਾਉ। ਮੈਂ ਇਸ ਸ਼ਲੋਕ ਦੇ ਅਰਥ ਕਰ ਰਿਹਾ, ਧਿਆਨ ਦਿਆ ਜੀ। ਮੈਨੂੰ ਲੱਗਦਾ ਹੈ ਕਿਤੇ ਗਾਹੇ ਗਾਹੇ ਸੰਗਤ ਦਾ ਧਿਆਨ ਇੱਧਰ ਨਿਰੰਤਰ ਨਹੀਂ। ਸਾਧ ਸੰਗਤ ਜੀ, ਗੁਰੂ ਬਚਨਾਂ ਦੀ ਸਾਂਝ ਹੋ ਰਹੀ ਹੈ, ਇੱਧਰ ਧਿਆਨ ਦਿਓ। ਤੇ ਜੇ ਕੋਈ ਇੱਧਰ ਉੱਧਰ ਵਾਰਤਾ ਵਿੱਚ ਲੱਗਾ ਹੋਵੇ ਤੇ ਫਿਰ ਸਾਨੂੰ ਇੱਧਰ ਜੋੜਨਾ ਵੀ ਆਉਂਦਾ, ਤੇ ਅਸੀਂ ਇੱਧਰੋਂ ਏਡਾ ਵੱਡਾ ਵਾਜਾ ਕਰ ਦੇਣਾ, ਫਿਰ ਹੋਰ ਗੱਲ ਦੂਜੀ ਤੀਜੀ ਬਾਤ ਜਿਹੜੀ ਉਹ ਹੋ ਹੀ ਨਹੀਂ ਸਕਣੀ। ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਜਪੋ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਧਿਆਨ ਨਿਰੰਤਰ ਹੋ ਸਕੇ। ਸਮਾਂ ਮੇਰੇ ਕੋਲ ਸੀਮਤ ਹੈ, ਮੈਂ ਵਾਰਤਾ ਵਿੱਚ ਤੁਰਨਾ ਚਾਹੁੰਦਾ ਸਾਂ, ਪਰ ਤੁਸੀਂ ਨਿਰੰਤਰ ਸਾਥ ਨਹੀਂ ਹੋ। ਆਪ ਜੀ ਨੂੰ ਸੰਗਤਾਂ ਨੂੰ ਨਾਲ ਲੈ ਕੇ ਚੱਲ ਸਕਾਂ, ਕੋਈ ਬਚਨ ਕਹਿ ਕੁਆਏ ਜਾਣ ਤੇ ਸਮਝ ਪੈਣ। ਧਿਆਨ ਇਕਾਗਰਤਾ ਵਾਸਤੇ ਸਾਰੀ ਸੰਗਤ ਪੜੋ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਸਾਧ ਸੰਗਤ ਜੀ, ਉੱਚੀ ਆਵਾਜ਼ 'ਚ ਕਿਰਪਾ ਕਰੋ। ਬੀਬੀਆਂ ਭੈਣਾਂ ਨੂੰ ਬੇਨਤੀ ਹੈ, ਉੱਚੀ ਆਵਾਜ਼ 'ਚ ਦਇਆ ਕਰੋ। ਸਾਰੀ ਸੰਗਤ ਰਸਨਾ ਕਰੋ ਪਾਵਨ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਭਵ ਜਲ ਤਰ ਜਾਈਦਾ, ਸੰਤਾਂ ਦੇ ਚਰਨੀ ਲੱਗ ਕੇ। ਭਵ ਜਲ ਤਰ ਜਾਈਦਾ, ਸੰਤਾਂ ਦੇ ਚਰਨੀ ਲੱਗ ਕੇ। ਭਵ ਜਲ ਤਰ ਹਾਂਜੀ, ਭਵ ਜਲ ਤਰ ਜਾਈਦਾ, ਸਾਧੂਆਂ ਦੇ ਚਰਨੀ ਲੱਗ ਕੇ। ਭਵ ਜਲ ਤਰ ਜਾਈਦਾ, ਸਾਧੂਆਂ ਦੇ ਚਰਨੀ ਲੱਗ ਕੇ। ਭਵ ਜਲ ਤਰ ਜਾਈਦਾ, ਭਵ ਜਲ ਤਰ ਜਾਈਦਾ, ਭਵ ਜਲ ਤਰ ਜਾਈਦਾ, ਬਾਬਿਆਂ ਦੇ ਚਰਨੀ ਲੱਗ ਕੇ। ਭਵ ਜਲ ਤਰ ਜਾਈਦਾ, ਬਾਬਿਆਂ ਦੇ ਚਰਨੀ ਲੱਗ ਕੇ। ਭਵ ਜਲ ਤਰ
ਉਹ ਭਵ ਜਲ ਤਰ ਜਾਈਦਾ ਜੀ, ਭਵ ਜਲ ਤਰ ਜਾਈਦਾ ਸੰਤਾਂ ਦੇ ਚਰਣੀ ਲੱਗ ਕੇ, ਭਵ ਜਲ ਤਰ ਜਾਈਦਾ ਸੰਤਾਂ ਦੇ ਚਰਣੀ ਲੱਗ ਕੇ, ਭਵ ਜਲ ਭਵ ਜਲ ਤਰ ਉਹ ਕਿਸ ਤਰ੍ਹਾਂ ਤਰੀਦਾ ਸਾਧ ਸੰਗਤ, ਕਿਸ ਤਰ੍ਹਾਂ ਤਰੀਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਾਬੋਲ ਨੇ, ਹਜੂਰ ਕਹਿੰਦੇ ਨੇ ਸੰਤ ਕਾ ਮਾਰਗ ਧਰਮ ਕੀ ਪੌੜੀ। ਜੇ ਕਿਸੇ ਨੇ ਸਿੱਧੇ ਤੌਰ ਤੇ ਧਰਮ ਦੀ ਪੌੜੀ ਚੜ੍ਹਨੀ ਆ ਨਾ, ਤੇ ਫਿਰ ਸੰਤ ਦੇ ਮਾਰਗ ਤੇ ਤੁਰੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਹਜੂਰ ਕਹਿੰਦੇ ਨੇ ਇਹ ਮਾਰਗ, ਇਹ ਰਸਤਾ ਦੁਨੀਆ ਦੇ ਲੋਕੋ ਸਾਰਿਆਂ ਨੂੰ ਨਹੀਂ ਮਿਲਦਾ। ਸਾਰੇ ਸੰਸਾਰ ਨੂੰ ਇਹ ਮਾਰਗ, ਇਹ ਰਸਤਾ ਨਹੀਂ ਮਿਲਦਾ। ਮਹਾਰਾਜ ਕਿੰਨਾਂ ਨੂੰ ਪ੍ਰਾਪਤ ਹੁੰਦਾ? ਕਹਿੰਦੇ ਕਿਸੇ ਵਡਭਾਗੀ ਨੂੰ ਇਹ ਪ੍ਰਾਪਤੀ ਹੁੰਦੀ ਹੈ। ਸਾਰੀ ਦੁਨੀਆ ਨੂੰ ਇਹ ਰਾਹ ਨਹੀਂ ਮਿਲਦਾ। ਬਹੁਤੇ ਜ਼ਿਆਦੇ ਰੱਬ ਦੇ ਪਿਆਰਿਆਂ ਦੇ, ਸਾਧੂਆਂ ਦੇ, ਮਹਾਪੁਰਖਾਂ ਦੇ ਨਿੰਦਕ ਮਿਲਣਗੇ। ਬੜੇ ਥੋੜੇ ਨੇ ਜਿਹੜੇ ਭਾਵਨਾ ਵਾਲੇ ਨੇ ਤੇ ਸਾਧੂਆਂ ਪਾਸੋਂ ਕੁਝ ਲੈਣ ਵਾਲੇ। ਰਾਤੀ ਬੇਨਤੀ ਕੀਤੀ ਸੀ ਸਾਧ ਸੰਗਤ, ਪਹੁੰਚਿਆ ਹੋਇਆ ਰਸਤਾ ਦੱਸ ਸਕਦਾ ਹੈ। ਜਿਨੇ ਇੱਥੇ ਕਿਸੇ ਸ਼ਹਿਰ ਦਾ ਰਸਤਾ ਵੇਖਿਆ, ਲਖੀਮਪੁਰ ਖੀਰੀ ਨੂੰ ਜਾਣ ਵਾਲਾ ਸਿੱਧਾ ਕੁਪਿਆ ਤੱਕਿਆ, ਉਹਨੂੰ ਪੁੱਛੋ ਭਾਈ ਮੈਂ ਸ਼ਹਿਰ ਜਾਣਾ ਕਿਹੜੇ ਪਾਸਿਓਂ? ਉਹ ਕਹਿੰਦਾ ਆ ਰਸਤਾ ਸਿੱਧਾ ਜੀ, ਤੁਸੀਂ ਪਹੁੰਚ ਜਾਓ। ਜਿਹਨੂੰ ਨਹੀਂ ਪਤਾ ਉਹਨੂੰ ਪੁੱਛ ਲਓ, ਉਹ ਤੇ ਕੁਰਾਏ ਪਾ ਦੇਗਾ। ਸਾਧੂ ਰਸਤਾ ਹੁੰਦਾ ਉਹਨਾਂ ਕੋਲ, ਉਹਨਾਂ ਕੋਲ ਆਪ ਮਾਰਗ ਦਾ ਗਿਆਨ ਹੈ। ਜਦੋਂ ਕੋ ਉਹਨਾਂ ਵਾਲੀ ਪੌੜੀ ਚੜ੍ਹਦਾ ਨਾ, ਤੇ ਫਿਰ ਸਾਧ ਸੰਗਤ ਜੀ ਉਸ ਘਰ ਦਾ ਗਿਆਨ ਸਾਧੂ ਪੁਰਖ ਉਸ ਮਨੁੱਖ ਨੂੰ ਕਰਾ ਦਿੰਦੇ ਜਿਹੜਾ ਜੁੜਦਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵੜ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖਨਾਸੇ, ਹਰ ਚਰਣੀ ਚਿਤ ਲਾਏ। ਉਸ ਮਾਰਗ ਤੇ ਤੁਰਦਿਆਂ ਕਰੋੜਾਂ ਜਨਮਾਂ ਦੇ ਕਿਲ ਵਿਖ ਪਾਪ ਉਤਰ ਜਾਂਦੇ ਨੇ। ਹਰ ਚਰਣੀ ਚਿਤ ਲਾਏ, ਤੇ ਹਰੀ ਵਾਹਿਗੁਰੂ ਦੇ ਚਰਨਾਂ ਨਾਲ ਚਿਤ ਲੱਗ ਜਾਂਦਾ ਹੈ। ਖਿਮਾ ਕਰਨੀ ਸਾਧ ਸੰਗਤ, ਬਹੁਤ ਵੱਡੀ ਤਾਦਾਦ ਵਿੱਚ ਬੈਠੇ ਆ, ਪਰ ਚਿਤ ਇਕਾਗਰ ਕਿਸੇ ਵਿਰਲੇ ਦਾ ਜੇ। ਜੁੜੀ ਹੋਈ ਆਤਮਾ ਕੋਈ ਵਿਰਲੀ ਹੈ। ਇਹਨੂੰ ਹਜੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਕੋਟਨ ਮੈਂ ਕਹੂ ਕਿਨਹੂ ਗੁਰਮੁਖ ਜਾਨਾ। ਕਿਸੇ ਵਿਰਲੇ ਨੇ ਗੁਰੂ ਦੀ ਮੱਤ ਲੈ ਕੇ ਗੁਰਮੁਖ ਹੋ ਗਏ ਨਾ, ਤੇ ਹਰੀ ਨੂੰ ਜਾਣਿਆ। ਸਭ ਦੁਨੀਆ ਨੂੰ, ਸੰਸਾਰ ਨੂੰ ਗੁਰੂ ਦੀ ਪਕੜ, ਗੁਰੂ ਦੀ ਸਮਝ ਨਹੀਂ ਹੈ। ਹਰ ਚਰਣੀ ਚਿੱਤ ਜਿਹੜਾ ਹੈ ਨਾ, ਉਹ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚੋਂ ਲੱਗਦਾ, ਐਵੇਂ ਨਹੀਂ। ਬੇਨਤੀ ਕਰ ਰਿਹਾ ਸਾਂ, ਬਾਬਾ ਕਬੀਰ ਸਾਹਿਬ ਹੋਰਾਂ ਨੇ ਫਰਮਾਇਆ, ਭਗਤ ਕਬੀਰ ਸਾਹਿਬ ਦਾ ਸ਼ਲੋਕ ਹੈ, ਕਹਿੰਦੇ ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਉਹਦੇ ਮਾਰਗ ਤੇ ਲੱਗਿਆ ਜਾ, ਤੁਰਿਆ ਜਾ। ਸਾਧੂ ਪੁਰਖ ਜਿਹੜੀ ਸੇਵਾ ਦੱਸਦੇ, ਸਿਮਰਨ ਲਾਉਂਦੇ ਨਾ, ਤੁਰਿਆ ਚੱਲ ਉਹਦੇ ਤੇ। ਬੇਅੰਤ ਹੀ ਐਸੇ ਸੱਜਣ ਮਿਲਦੇ ਆ, ਸੰਗਤ ਵਿੱਚੋਂ ਕਈ ਰੂਹਾਂ ਮਿਲਦੀਆਂ ਜਿਹੜੀਆਂ ਕਹਿੰਦੀਆਂ ਵੀ ਮਹਾਂਪੁਰਖਾਂ ਸੇਵਾ ਲਾਈ ਸੀ, ਆਹ ਸੇਵਾ ਨਹੀਂ ਕੀਤੀ ਤੇ ਬਾਬਾ ਜੀ ਆਹ ਘਾਟਾ ਪੈ ਗਿਆ ਜੀ, ਆਹ ਨੁਕਸਾਨ ਹੋ ਗਿਆ, ਆਹ ਨੁਕਸਾਨ ਹੋ ਗਿਆ। ਜਿਹੜੇ ਉਹਨਾਂ ਮਹਾਂਪੁਰਖਾਂ ਦਾ ਬਚਨ ਕਮਾ ਲੈਂਦੇ, ਉਸ ਵਿਪਤਾ ਤੋਂ ਬਚ ਜਾਂਦੇ। ਬਾਬਾ ਜੀ, ਬਾਬਾ ਸੁਖਦੇਵ ਸਿੰਘ ਜੀ ਭੁੱਚੋ ਸਾਹਿਬ ਵਾਲੇ ਮਹਾਂਪੁਰਖ,
ਬਾਬਾ ਨਾਨਕ ਜੀ ਨੂੰ ਗੁਰੂ ਪਿਆਰੇ ਦਾ ਉਹਨਾਂ ਨੇ ਖਿਤਾਬ ਦਿੱਤਾ, ਰੁਤਬਾ ਦਿੱਤਾ, ਇਹ ਲਕਬ ਦਿੱਤਾ ਹੈ। ਤੇ ਗੁਰੂ ਪਿਆਰਾ ਜੀ ਵੱਡੀ ਕਿਰਪਾਨ ਪਹਿਨਦੇ ਸੀ। ਉਹ ਕਈ ਵਾਰੀ ਇਹ ਸਾਖੀ ਸੁਣਾਉਂਦੇ, ਗਾਥਾ ਸੁਣਾਉਂਦੇ। ਮਹਾਂਪੁਰਖ ਕਹਿੰਦੇ ਵੀ ਆਹ ਵੱਡੀ ਕਿਰਪਾਨ ਲਾ ਕੇ ਨਾ ਛੋਟੀ ਪਾ ਲਾ। ਹੁਣ ਕੱਚਾ ਬੰਦਾ ਜਿਹੜਾ ਹੋਏਗਾ ਉਹ ਆਖੇਗਾ ਲਓ ਜੀ ਸ਼ਸਤਰ ਤੇ ਗੁਰੂ ਨੇ ਕਿਹਾ ਵੱਡੇ ਪਹਿਨਣੇ, ਬਾਬੇ ਕਹਿੰਦੇ ਛੋਟੀ ਕਿਰਪਾਨ ਪਾ ਲਾ। ਉਹ ਕਹਿੰਦੇ ਮੈਂ ਸੁਣਿਆ ਨਾ, 2-3 ਵਾਰੀ ਇਹ ਗੱਲ ਹੀ ਦੁਹਰਾ ਕੇ ਬਾਬਾ ਜੀ ਨੇ ਫਿਰ ਕਹੀ। ਤੀਜੀ ਚੌਥੀ ਵਾਰੀ ਮੇਰੇ ਮਨ ਵਿੱਚ ਆਇਆ ਵੀ ਬਾਬਾ ਜੀ ਵਾਰ-ਵਾਰ ਕਹਿੰਦੇ ਲਾ ਦੇਣੀ ਚਾਹੀਦੀ ਕਿਰਪਾਨ ਹੈ ਜਿਹੜੀ ਵੱਡੀ। ਕਹਿੰਦੇ ਮੈਂ ਕਿਸੇ ਸੱਜਣ ਨੂੰ ਆਖਿਆ ਵੀ ਤੂੰ ਆਹ ਵੱਡੀ ਕਿਰਪਾਨ ਲੈ ਲਾ, ਮੈਨੂੰ ਛੋਟਾ ਸ੍ਰੀ ਸਾਹਿਬ ਦੇ ਦੇ। ਮੈਂ ਛੋਟਾ ਸ੍ਰੀ ਸਾਹਿਬ ਪਾ ਲਿਆ। ਗੁਰੂ ਪਿਆਰਾ ਜੀ ਕਹਿੰਦੇ ਜਦੋਂ ਬਾਬਾ ਜੀ ਦੇ ਕੋਲ ਗਏ ਨਾ ਤੇ ਵੇਖ ਕੇ ਬਾਬਾ ਜੀ ਪ੍ਰਸੰਨ ਹੋ ਕੇ ਕਹਿੰਦੇ ਚੰਗਾ ਹੋਇਆ ਸਾਡਾ ਬਚਨ ਮੰਨ ਲਿਆ, ਨਹੀਂ ਤਾਂ ਉਸ ਸ੍ਰੀ ਸਾਹਿਬ ਨਾਲ ਤੇਰੇ ਕੋਲ ਬੰਦਾ ਮਰਨਾ ਸੀ, ਤੈਨੂੰ ਸਜ਼ਾ ਹੋਣੀ ਸੀ। ਸਾਧੂ ਦੇ ਬਚਨ ਵਿੱਚ ਬਹੁਤ ਵੱਡਾ ਤੱਤ ਹੁੰਦਾ। ਕਹਿੰਦੇ ਉਹ ਸ੍ਰੀ ਸਾਹਿਬ ਕਿਤੇ ਮੁੱਠਭੇੜ ਹੋ ਜਾਣੀ ਸੀ, ਕਿਸੇ ਬੰਦੇ ਦੇ ਮਾਰਨੀ ਸੀ ਤਾਂ ਉਹ ਸ੍ਰੀ ਸਾਹਿਬ ਨਾਲ ਬੰਦਾ ਮਰ ਜਾਣਾ ਸੀ, ਤੈਨੂੰ ਸਜ਼ਾ ਹੋਣੀ ਸੀ, ਜੇਲ੍ਹ ਭੁਗਤਣੀ ਸੀ। ਉਹ ਕਿਹੜੀ ਤਾਕਤ ਹੈ ਜਿਹੜਾ ਸਾਧੂ ਦੇ ਚਰਨੀ ਲੱਗ ਕੇ ਭਵਜਲ ਤਰ ਜਾਈਦਾ? ਉਹ ਕਿਹੜਾ ਕਥਨ ਹੈ? ਉਹ ਕਿਵੇਂ ਅਸੀਂ ਸਮਝੀਏ? ਉਹ ਸਾਧ ਸੰਗਤ ਇਸ ਤਰ੍ਹਾਂ ਹੈ, ਜਿਹੜੇ ਸਮੇਂ ਜੇਲ੍ਹ ਵਿੱਚ ਲਿਖੇ ਸੀ, ਕੈਦ ਵਿੱਚ ਲਿਖੇ ਸੀ ਨਾ, ਉਹ ਹੁਣ ਗੁਰੂ ਪਿਆਰਾ ਜੀ ਗੁਰੂ ਚਰਨਾਂ 'ਚ ਬਤਾਉਂਦੇ, ਗੁਰੂ ਕੀ ਸੇਵਾ ਵਿੱਚ ਸਿਮਰਨ, ਗੁਰੂ ਘਰ ਦੀਆਂ ਸੇਵਾਵਾਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਂਪੁਰਖ ਮੰਦੇ ਭਾਗਾਂ ਨੂੰ, ਪੁੱਠੇ ਲੇਖਾਂ ਨੂੰ ਵੀ ਸਿੱਧਾ ਕਰ ਦਿੰਦੇ। ਇਹ ਸਾਧੂ ਇਹ ਸਮਰੱਥਾ ਹੁੰਦੀ। ਤੇ ਮਾਰਗ ਤੁਰੇ ਜਾਓ ਉਹਨਾਂ ਦੇ, ਜੋ ਕਹਿੰਦੇ ਨੇ ਨਾ ਉਹਨੂੰ ਭਲਾ ਕਰਕੇ ਮੰਨੀ ਜੋ, ਤੁਹਾਡੀ ਕਲਿਆਣਤਾ ਹੋਏਗੀ। ਬੇਨਤੀ ਕਰਾਂ ਸਾਧ ਸੰਗਤ ਜੀ, ਪਹਿਲਾਂ ਤਾਂ ਸਾਧੂ ਨੂੰ ਕੋਈ ਬੇਨਤੀ ਕਰੋ ਨਾ, ਤੇ ਜੇ ਬੇਨਤੀ ਕਰ ਲਈ ਫਿਰ ਜਿਹੜਾ ਬਚਨ ਹੋਇਆ ਉਹ ਬਚਨ ਨੂੰ ਮੰਨੋ। ਜੇ ਬਚਨ ਮੰਨਦੇ ਨੇ ਨਾ ਫਿਰ ਵੀ ਤੁਸੀਂ ਪਾਪਾਂ ਦੇ ਭਾਗੀ ਹੋ। ਸਾਧ ਸੰਗਤ ਜੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਸੰਤ ਕੀ ਗੈਲ ਨਾ ਛੋਡੀਐ, ਮਾਰਗ ਲਾਗਾ ਜਾਓ। ਉਹ ਗੈਲ ਨਾ ਛੱਡੀ, ਪੂਰੇ ਸਾਧੂਆਂ ਦਾ ਸਾਥ ਨਾ ਛੱਡੀ, ਉਹਨਾਂ ਦੇ ਮਾਰਗ ਤੇ ਉਹ ਤੁਰਿਆ ਚੱਲ। ਮਹਾਰਾਜ ਪ੍ਰਾਪਤੀ ਕੀ ਹੋਏਗੀ? ਆਖਿਆ ਪੇਖਤ ਹੀ ਪੁਨੀਤ ਹੋਏ। ਸਾਧੂਆਂ ਨੂੰ ਵੇਖ ਕੇ ਉਹਨਾਂ ਦੇ ਦਰਸ਼ਨ ਕਰਕੇ ਪੁਨੀਤ ਹੋ ਜਾਏਗਾ, ਪਾਪਾਂ ਤੋਂ ਨਿਜਾਤ ਮਿਲ ਜਾਂਦੀ ਹੈ। ਭੇਟਤ ਜਪੀਐ ਨਾਉ, ਜਦੋਂ ਉਹਨਾਂ ਦਾ ਸੰਗ ਪ੍ਰਾਪਤ ਹੁੰਦਾ ਫਿਰ ਨਾਮ ਸਿਮਰਨ ਹੁੰਦਾ। ਨਾਮ ਸਿਮਰਨ ਕਲਿਆਣਤਾ ਕਰ ਦਿੰਦਾ। ਧਿਆਨ ਦਿਆ ਜੇ, ਭਾਈ ਗੁਰਦਾਸ ਸਾਹਿਬ ਨੇ ਗਾਥਾ ਲਿਖੀ ਹੈ, ਸਾਧੂ ਪੁਰਖ ਦੀ ਮਹਿਮਾ ਬੜੀ ਵੱਡੀ ਹੈ। ਮਹਾਂਪੁਰਖਾਂ ਦਾ ਜਸ, ਰੱਬ ਦੇ ਪਿਆਰਿਆਂ ਦੀ ਸੰਗਤ ਦਾ ਲਾਭ ਕੀ ਹੈ? ਭਾਈ ਗੁਰਦਾਸ ਸਾਹਿਬ ਜੀ ਨੇ ਦਰਸਾਇਆ ਇਸ ਕਥਨ ਦੇ ਵਿੱਚ। ਭਾਈ ਗੁਰਦਾਸ ਜੀ ਕਹਿੰਦੇ ਨੇ ਬਨਾਰਸ ਦੀ ਧਰਤੀ ਤੇ ਰਾਮਾਨੰਦ ਇੱਕ ਗੁਸਾਈ ਰਹਿੰਦਾ, ਪੁੱਗਿਆ ਹੋਇਆ ਰੱਬ ਦੇ ਘਰ ਦਾ, ਹਰੀ ਦੇ ਘਰ ਦਾ ਭਗਤ ਹੈ ਰਾਮਾਨੰਦ। ਇਸੇ ਬਨਾਰਸ ਵਿੱਚ ਕਬੀਰ ਰਹਿੰਦੇ ਹੈ। ਕਬੀਰ ਨੀਵੀਂ ਜਾਤ ਦੇ ਸਨ। ਰਾਮਾਨੰਦ ਜੀ ਨੀਵੀਂ ਜਾਤ ਦੇ ਮਨੁੱਖਾਂ ਨੂੰ ਉਪਦੇਸ਼ ਨਹੀਂ ਦਿਆ ਕਰਦੇ ਸਨ। ਉਪਦੇਸ਼ ਗੁਰੂ ਦੇ ਕੋਲੋਂ ਮਿਲਦਾ, ਉਪਦੇਸ਼ ਆਪਣੇ ਸਾਧੂ ਕੋਲੋਂ ਮਿਲਦਾ। ਉਹ ਉਪਦੇਸ਼ ਜਿਹੜਾ ਦਿੰਦੇ ਆ ਉਹਨੂੰ ਕਮਾਓ, ਉਹਦੇ ਵਿੱਚ ਸਾਰੇ ਸੁੱਖ ਹੈ। ਸਾਧ ਸੰਗਤ ਉਹ ਜਿਹੜਾ ਬਚਨ ਸਨ ਉਹ ਨੀਵੀਂ ਜਾਤ ਨੂੰ ਨਹੀਂ ਕਰਦੇ ਸਨ, ਭਗਤ ਪੂਰੇ ਸੀ। ਤੇ ਮੈਂ ਰਾਤੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਆਪਣੇ ਆਪ ਜਪਿਆ ਨਹੀਂ ਜਾਂਦਾ, ਸਾਧੂ ਪੁਰਖ ਜਿਹੜਾ ਦਿੰਦਾ ਨਾ ਉਹਦੇ ਵਿੱਚ ਲਾਭ ਹੁੰਦਾ। ਉਹ ਬੇਧਿਆਨੀ ਵਿੱਚ ਜਿਹੜਾ ਮਹਾਂਪੁਰਖ ਕਹਿ ਦੇਣਾ ਉਹ ਬਚਨ ਕਦੇ ਟਾਲੋ ਨਾ। ਫਿਰ ਉਹ ਕਹਿ ਦਿੰਦੇ ਸਹਿਸ ਮਾਈ ਇੰਨੀਆਂ ਮਾਲਾ ਕਰੀ, ਉਹ 2 ਵੱਧ ਕਰੋ। ਲਾਭ
ਤੁਹਾਨੂੰ ਮਿਲਿਆ ਕਿ ਇਹ ਉਦੋਂ ਨਹੀਂ ਪਤਾ ਲੱਗਦਾ, ਝੋਲੀਆਂ ਭਰ ਗਈਆਂ ਉਸਰ ਗਏ ਮਹੱਲ, ਉਦੋਂ ਹੀ ਪਤਾ ਲੱਗਦਾ। ਇਸ ਘਰ ਵਿੱਚੋਂ ਭਗਤੀ ਉੱਠਦੀ ਸਾਧ ਸੰਗਤ ਜੀ, ਇੱਥੇ ਭਗਤੀ ਦਾ ਪਸਾਰ ਹੁੰਦਾ, ਇੱਥੇ ਭਗਤੀ ਦੇ ਖਜ਼ਾਨੇ ਆ। ਜਿਹੜਾ ਆਵੇ ਮਰਜੀ ਝੋਲੀਆਂ ਭਰ ਕੇ ਲੈ ਜਾਓ, ਭਗਤੀ ਵਿੱਚ ਸੁੱਖ ਹੈ, ਬਿਨ ਹਰ ਭਗਤ ਨਹੀਂ ਛੁਟਕਾਰਾ। ਦੁਨੀਆ ਦੇ ਸੁੱਖ ਚਾਹੁੰਦੇ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਐ ਸਿੱਖਾ ਭਗਤੀ ਕਰ, ਬੰਦਗੀ ਕਰ। ਬਾਬਾ ਕਬੀਰ ਜੀ ਦਾ ਕਥਨ ਹੈ, ਉਹ ਕਹਿੰਦੇ ਕਦੇ ਵਾਹਿਗੁਰੂ ਮੰਤਰ ਰਾਮ ਨਾਮ, ਕਦੇ ਇੱਕ ਓੰਕਾਰ ਨੂੰ ਭੁਲਾਈ ਨਾ। ਆਖਿਆ ਬੰਦੇ ਬੰਦਗੀ ਇਖਤਿਆਰ, ਇਖਤਿਆਰ ਦਾ ਅਰਥ ਹੁੰਦਾ ਹੈ ਆਪਣੇ ਜੀਵਨ ਚ ਅਪਣਾ ਲੈਣੀ। ਐ ਬੰਦੇ ਤੂੰ ਬੰਦਾ ਹੀ ਬੰਦਗੀ ਕਰਨਾ ਹੈ, ਬੰਦਾ ਨਾਮ ਹੀ ਬੰਦਗੀ ਕਰਕੇ ਹੈ, ਬੰਦਗੀ ਨੂੰ ਆਪਣੇ ਜੀਵਨ ਚ ਅਪਣਾ। ਆਪ ਜਪੋ ਗੱਲ ਨਹੀਂ ਬਣਨੀ। ਮਹਾਂਪੁਰਖ ਜਿਹੜਾ ਕਹਿਣਾ ਵੀ ਲੈ ਬਈ ਆਹ ਪੜਿਆ ਕਰ, ਉਹਨੂੰ ਪੜੋ, ਉਹਦੇ ਵਿੱਚ ਕੁਝ ਦੇ ਦਿੰਦੇ, ਰਸ ਪੈ ਜਾਂਦਾ ਕੁਝ ਨਾ ਕੁਝ, ਉਹਦੇ ਵਿੱਚ ਕੁਝ ਹੁੰਦਾ ਜਦੋਂ ਸਾਧੂ ਬਚਨ ਕਰਦਾ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਕਹਿੰਦੇ ਵੀ ਨਾਮ ਦੀ ਦੀਖਿਆ ਲੈਣੀ ਹੈ ਤੇ ਭਗਤ ਰਾਮਾਨੰਦ ਸਾਹਿਬ ਕੋਲ ਲੈਣੀ ਹੈ। ਉਹ ਹੁਣ ਦਿੰਦੇ ਨਹੀਂ ਦੀਖਿਆ, ਉਹ ਨੀਵੀਂ ਜਾਤਿਆਂ ਨੂੰ ਉਪਦੇਸ਼ ਨਹੀਂ ਦਿੱਤਾ ਦਿਆ ਕਰਦੇ ਸੀ। ਇਹਨਾਂ ਹੁਣ ਸਕੀਮ ਬਣਾਈ। ਇਹ ਵਾਰਤਾ ਨੂੰ ਭਾਈ ਗੁਰਦਾਸ ਸਾਹਿਬ ਨੇ ਆਪਣੀ ਪੌੜੀ ਵਿੱਚ ਲਿਖਿਆ। ਭਗਤਾਂ ਦੀ ਬਾਤ ਜਿੱਥੇ ਚੱਲਦੀ ਨਾ, ਉਹ ਸਾਰੀਆਂ ਪੌੜੀਆਂ ਇੱਕੋ ਹੀ ਹੈ। ਉੱਥੇ ਇੱਕ ਪੌੜੀ ਹੈ ਤੇ ਉਹਦੇ ਵਿੱਚ ਭਗਤ ਕਬੀਰ ਜੀ ਨੂੰ ਉਪਦੇਸ਼ ਕਿਵੇਂ ਮਿਲਿਆ ਭਗਤ ਰਾਮਾਨੰਦ ਸਾਹਿਬ ਦੇ ਕੋਲੋਂ, ਇਹਦਾ ਜ਼ਿਕਰ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ। ਕਹਿੰਦੇ ਵੀ ਇਸ ਤਰ੍ਹਾਂ ਨਾ ਉਪਦੇਸ਼ ਨਹੀਂ ਦੇਣਾ। ਪਤਾ ਕੀਤਾ ਵੀ ਅੱਧੀ ਰਾਤ ਤੋਂ ਬਾਅਦ ਅੰਮ੍ਰਿਤ ਵੇਲੇ ਭਗਤ ਰਾਮਾਨੰਦ ਸਾਹਿਬ ਗੰਗਾ ਨਹਾਉਣ ਵਾਸਤੇ ਜਾਇਆ ਕਰਦੇ, ਗੰਗਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਅੱਧੀ ਰਾਤ ਤੋਂ ਬਾਅਦ। ਸਾਧ ਸੰਗਤ ਜੀ, ਅਸੀਂ ਅੱਧੀ ਰਾਤ ਤੋਂ ਬਾਅਦ ਸੌਂਦੇ ਆ। ਇਸ ਵਾਸਤੇ ਭਗਤਾਂ ਦੀ ਚਾਲ ਵੱਖਰੀ ਕਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਪਾਵਨ ਆਨੰਦ ਸਾਹਿਬ ਦੇ ਬਚਨ ਨੇ, ਬਾਣੀ ਦੇ ਬੋਲ ਨੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਅੱਧੀ ਰਾਤ ਤੋਂ ਬਾਅਦ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਲਾਉਣਾ ਬਿਖਮ ਮਾਰਗ ਨਹੀਂ, ਬੜਾ ਔਖਾ ਹੈ। ਅੱਧੀ ਰਾਤ 12, 12:30, 1:30 ਵਜਦਾ ਸੀ ਤੇ ਭਗਤ ਰਾਮਾਨੰਦ ਸਾਹਿਬ ਗੰਗਾ ਤੇ ਇਸ਼ਨਾਨ ਕਰਨ ਚਲੇ ਜਾਂਦੇ। ਇਸ਼ਨਾਨ ਕਰਕੇ ਆ ਕੇ ਚੌਂਕੜਾ ਲਾਉਂਦੇ, ਰਾਮ ਨਾਮ ਦੀ ਆਰਾਧਨਾ ਕਰਦੇ। ਭਗਤ ਕਬੀਰ ਸਾਹਿਬ ਨੇ ਯੋਜਨਾ ਬਣਾਈ ਵੀ ਇਹਨਾਂ ਇਸ ਤਰ੍ਹਾਂ ਉਪਦੇਸ਼ ਨਹੀਂ ਦੇਣਾ। ਹਨੇਰਾ ਹੁੰਦਾ ਸੀ, ਜਿਹੜੀ ਪਗਡੰਡੀ ਤੋਂ, ਜਿਹੜੇ ਰਸਤੇ ਤੋਂ ਭਗਤ ਰਾਮਾਨੰਦ ਸਾਹਿਬ ਲੰਘ ਕੇ ਜਾਂਦੇ ਆ ਗੰਗਾ ਨੂੰ, ਉਸ ਰਸਤੇ ਵਿੱਚ ਕਬੀਰ ਲੰਮਾ ਪੈ ਗਿਆ। ਉਹ ਜਦੋਂ ਹੁਣ ਭਗਤ ਰਾਮਾਨੰਦ ਸਾਹਿਬ ਇਸ਼ਨਾਨ ਕਰਨ ਵਾਸਤੇ ਜਾ ਰਹੇ ਸਨ ਤੇ ਉਹ ਪਏ ਹੋਏ ਰਸਤੇ ਵਿੱਚ ਤੇ ਠੇਡਾ ਲੱਗਾ ਪੈਰ ਨੂੰ, ਤੇ ਹਨੇਰੇ ਵਿੱਚ ਇਹ ਮਹਿਸੂਸ ਹੋਇਆ ਕੋਈ ਸਰੀਰ ਹੈ ਜਿਹੜਾ ਹਨੇਰੇ 'ਚ ਪਿਆ ਹੋਇਆ, ਜਿਹਦੇ ਨਾਲ ਠੇਡਾ ਲੱਗਾ। ਭਗਤ ਰਾਮਾਨੰਦ ਸਾਹਿਬ ਕਹਿੰਦੇ ਉਹ ਰਾਮ ਕੇ ਰਾਮ ਜਪ, ਇਹ ਅੰਮ੍ਰਿਤ ਵੇਲਾ, ਇਹ ਸੌਣ ਦਾ ਸਮਾਂ ਨਹੀਂ। ਉਹ ਰਾਮ ਕੇ ਰਾਮ ਜਪ, ਰਾਮ ਜਪ ਜਦੋਂ ਆਖਿਆ ਨਾ ਤੇ ਭਗਤ ਕਬੀਰ ਜੀ ਕਹਿੰਦੇ ਰਾਮ, ਰਾਮ ਕੇ ਰਾਮ ਬੋਲ। ਜਦੋਂ ਰਾਮ ਬੋਲ ਆਖਿਆ ਨਾ ਤੇ ਉਹਨਾਂ ਕਿਹਾ ਰਾਮ। ਉਹ ਰਾਮ ਪਹਿਲਾਂ ਵੀ ਜਪਦੇ ਸਨ ਤੇ ਜਿਸ ਦਿਨ ਭਗਤ ਜੀ ਨੇ ਆਖਿਆ ਰਾਮ ਕੇ ਰਾਮ ਬੋਲ, ਉਹ ਪਿੱਛੇ ਬੋਲਿਆ ਰਾਮ, ਤੇ ਉਹ ਰਾਮ ਜਿਹੜਾ ਸੀ ਨਾ ਉਹ ਰੋਮ ਰੋਮ ਵਿੱਚ ਵਸ ਗਿਆ। ਭਗਤ ਕਬੀਰ ਸਾਹਿਬ ਜੁਲਾਖੇ ਕਬੀਰ ਤੋਂ ਸ੍ਰੇਸ਼ਟ ਭਗਤ ਭਗਤ ਕਬੀਰ ਸਾਹਿਬ ਹੋ ਗਏ। ਮਹਾਂਪੁਰਖਾਂ ਦੇ ਕੋਲੋਂ, ਸਾਧੂ ਪੁਰਖਾਂ ਕੋਲੋਂ ਮਿਲਿਆ ਹੋਇਆ ਮੰਤਰ ਏਡਾ ਵੱਡਾ ਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ,
ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ। ਪੈਰੀ ਟੁੰਮ ਉਠਾ ਲਿਆ ਬੋਲੋ RAM ਸਿੱਖ ਸਮਝਾਈ। ਜਿਉ ਲੋਹਾ ਪਾਰਸ ਛੁਪੈ ਚੰਦਨ ਵਾਸ ਡਿਮ ਮਹਿਕਾਈ। ਕਹਿੰਦੇ ਪੈਰ ਨਾਲ ਟੁੰਬਿਆ ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾ ਆਨੰਦ ਗੁਸਾਈ। ਬਿਰਖਤ ਦੁਨੀਆ ਦੀ ਮਾਇਆ ਦਾ ਲੇਸ਼ ਕੋਈ ਨਹੀਂ, ਤੇ ਭਗਤ ਰਾਮਾ ਆਨੰਦ ਸਾਹਿਬ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ। ਭਾਈ ਗੁਰਦਾਸ ਸਾਹਿਬ ਲਿਖਦੇ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਅੰਮ੍ਰਿਤ ਵੇਲੇ ਉੱਠ ਕੇ ਗੰਗਾ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸਨ। ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ। ਉਹ ਜਿਹੜੇ ਪਾਸੇ ਰਸਤੇ ਚੋਂ ਲੰਘਦੇ ਨੇ, ਉਸ ਰਸਤੇ ਵਿੱਚ ਅੱਗੇ ਪਹਿਲਾਂ ਬਾਬਾ ਕਬੀਰ ਸਾਹਿਬ ਲੰਮੇ ਪੈ ਗਏ। ਪੈਰੀ ਟੁੰਬ ਉਠਾ ਲਿਆ ਬੋਲੋ ਸਿੱਖ RAM ਸਮਝਾਈ। ਪੈਰ ਦੇ ਨਾਲ ਟੁੰਬ ਕੇ ਉਠਾਇਆ, ਆਖਿਆ ਉੱਠ ਭਾਈ, ਤੇ RAM ਦੀ ਸਿੱਖ ਦੇਤੀ, ਸਿੱਖਿਆ ਦੇਤੀ, RAM ਨਾਮ ਉਪਦੇਸ਼ ਦੇ ਦਿੱਤਾ। ਲੋਹਾ ਮਾਨੋ ਪਾਰਸ ਛੁਹੈ ਚੰਦਨ ਵਾਸ ਨਿਮ ਮਹਿਕਾਈ। ਜਿਵੇਂ ਇਸ ਤਰ੍ਹਾਂ ਭਗਤ ਕਬੀਰ ਸਾਹਿਬ ਦੇ ਅੰਦਰ RAM ਦੀ ਰੌਂ ਵਰ ਤੁਰੀ, RAM ਨਾਮ ਇਸ ਤਰ੍ਹਾਂ ਰੋਮ ਰੋਮ ਵਿੱਚ ਵਸ ਗਿਆ। ਜਿਵੇਂ ਲੋਹਾ ਕਿਤੇ ਪਾਰਸ ਨੂੰ ਛੋਹ ਦੇ ਤੇ ਉਹ ਕੰਚਨ ਹੋ ਜਾਂਦਾ। ਲੋਹਾ ਜਿਵੇਂ ਪਾਰਸ ਨੂੰ ਛੋਏ ਤੇ ਕੰਚਨ ਹੋ ਜਾਂਦਾ। ਚੰਦਨ ਵਾਸ ਨਿਮ ਮਹਿਕਾਈ। ਨਿਮ ਕੌੜੀ ਹੈ, ਜੇਕਰ ਚੰਦਨ ਦਾ ਕਿਤੇ ਉਹਨੂੰ ਸੰਜੋਗ ਮਿਲਦੇ, ਸਬੰਧ ਮਿਲਦੇ, ਤੇ ਉਸ ਨਿੰਮ ਦੇ ਵਿੱਚ ਵੀ ਚੰਦਨ ਵਾਲੇ ਗੁਣ ਆ ਜਾਂਦੇ ਨੇ। ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਹੈ, ਚੰਦਨ ਕਹਿ ਸੰਗ ਚੰਦਨ ਹੋਈਆ, ਓਏ ਵੀ ਚੰਦਨ ਹੋਏ ਰਖੈ ਰਖੈ ਬਸੈ ਜੋ ਚੰਦਨ ਪਾਸ। ਜੋ ਚੰਦਨ ਦੇ ਕੋਲ ਹੁੰਦੇ ਨੇ, ਚੰਦਨ ਕਹਿ ਸੰਗ ਚੰਦਨ ਹੋਈਆ, ਉਹ ਚੰਦਨ ਹੋ ਜਾਂਦੇ ਨੇ। ਸਾਧੂ ਪੁਰਖਾਂ ਕੋਲ, ਮਹਾਤਮਾ ਕੋਲ ਕੋਈ ਰਵੇ, ਸਾਧੂ ਦੇ ਕੋਲ ਰਵੇ, ਸੰਗਤ ਕਰੇ, ਆਪਣੇ ਆਪ ਨੂੰ ਗਵਾ ਕੇ ਕਰੇ, ਸਾਧੂ ਆਪਣੇ ਵਰਗਾ ਕਰ ਲੈਂਦੇ। ਦੁਨੀਆ ਚਲਾਕੀ ਸਿਖਾਉਂਦੀ ਹੈ, ਦੁਨੀਆ ਵਿੱਚ ਮਨੁੱਖ ਹੁਸ਼ਿਆਰੀ ਸਿੱਖਦਾ ਹੈ। ਜੰਮਦਿਆਂ ਸਾਰ ਇੰਨੀਆਂ ਚਤੁਰਾਈਆਂ ਸਾਡੇ ਕੋਲ ਸਨ ਨਹੀਂ। ਕਿਉਂ ਕਹਿੰਦੇ ਵੀ ਨਿਆਣੇ ਜਿਹੜੇ ਹੁੰਦੇ, ਬੱਚੇ ਜਿਹੜੇ ਹੁੰਦੇ, ਦਿਲ ਦੇ ਸੱਚੇ ਹੁੰਦੇ ਬਈ, ਉਦੋਂ ਅਜੇ ਸੰਸਾਰ ਦੀ ਮਾਇਆ ਦੀ ਪਾਹ ਨਹੀਂ ਲੱਗੀ। ਜਿਵੇਂ ਜਿਵੇਂ ਸੰਸਾਰ ਵਿੱਚ ਗਏ, ਦੁਨੀਆ ਨੇ ਦੁਨੀਆ ਚਤੁਰਸੀ ਚਤੁਰਾਈਆਂ ਸਿਖਾਈਆਂ ਹੈ। ਸਾਧੂਆਂ ਦੀ ਸੰਗਤ ਵਿੱਚ ਆ ਜੋ ਨਿਮਰਤਾ, ਸਹਿਜ, ਗਰੀਬੀ, ਸੰਤੋਖ, ਧੀਰਜ, ਇਹ 7 ਗੁਣ ਸਾਧੂ ਭਰ ਦਿੰਦੇ ਆ। ਸਾਧੂ ਸੰਗਤ ਜੇ ਮਿਲੇ ਤਾਂ ਪਾਈਆ ਗੁਣੀ ਨਿਧਾਨ। ਗੁਣਾਂ ਦੇ ਖਜ਼ਾਨੇ ਮਿਲ ਜਾਂਦੇ ਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਉਹ ਤਰ ਕਿਵੇਂ ਗਿਆ? ਉਹਦੇ ਚ ਗਰੀਬੀ ਆ ਜਾਂਦੀ ਜੀ। ਉਹ ਗਰੀਬੀ ਆ ਨਹੀਂ ਵੀ ਕੰਗਾਲ ਹੋ ਗਿਆ, ਨਹੀਂ, ਅੰਦਰ ਹਿਰਦੇ ਦੀ ਗਰੀਬੀ, ਨਿਮਰਤਾ ਆ ਜਾਂਦੀ। ਉਹਨੂੰ ਜੋ ਵੀ ਕੋਈ ਮਰਜ਼ੀ ਕਹਿ ਜਾਏ, ਉਹ ਉਸ ਪ੍ਰੇਮ ਵਿੱਚ ਟਿਕਿਆ ਰਹਿੰਦਾ, ਉਹ ਕਿਸੇ ਦਾ ਜਵਾਬ ਨਹੀਂ ਦਿੰਦਾ। ਉਹ ਸਾਧ ਸੰਗਤ ਸਾਧੂ ਵਰਗੇ ਹੋ ਜਾਂਦੇ ਆ, ਮਹਾਂਪੁਰਖਾਂ ਵਰਗੇ ਹੋ ਜਾਂਦੇ ਆ। ਜਿਹੜੇ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜੀ ਦੇ ਕੋਲ ਰਹੇ, ਬਾਬਾ ਕੁੰਦਨ ਸਿੰਘ ਜੀ ਵਰਗੇ ਹੋ ਗਏ। ਬਾਬਾ ਕੁੰਦਨ ਸਿੰਘ ਜੀ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਮਹਾਰਾਜ, ਉਹਨਾਂ ਦੇ ਚਰਨਾਂ ਦੀ ਘਾਲਣਾ ਘਾਲੀ ਤੇ ਬਾਬਾ ਈਸ਼ਰ ਸਿੰਘ ਹੀ ਹੋ ਗਏ। ਉੱਥੇ ਫਿਰ ਦਰਜਾ ਬਦਰਜਾ ਨਹੀਂ ਰਿਹਾ। ਉਹਨਾਂ ਨਿਮਰਤਾ ਸਹਿਜ, ਜੈਸੀ ਗਰੀਬੀ ਜੈਸੀ ਨਿਮਰਤਾ ਸਹਿਜ ਬਾਬਾ ਕੁੰਦਨ ਸਿੰਘ ਜੀ ਨੇ ਕਮਾਈ ਹੈ। ਨਾਨਕਸਰ ਵਿੱਚ ਇਹੋ ਜੀ ਕੋਈ ਹੋਰ ਮਿਸਾਲ ਨਹੀਂ। ਸਾਧੂ ਮਹਾਤਮਾ ਸਾਰੇ ਚੰਗੇ ਐ। ਇਹ ਨਹੀਂ ਮੈਂ ਆਪਣੇ ਸਟੇਜ ਤੇ ਬਹਿ ਕੇ ਆਪਣੇ ਮਹਾਤਮਾ, ਆਪਣੇ ਸਾਧੂ ਜਨ, ਆਪਣੇ ਮਹਾਂਪੁਰਖਾਂ ਨੂੰ ਉੱਚਾ ਕਹਿ ਰਿਹਾ ਤੇ ਕਿਸੇ ਨੂੰ ਨਿੰਦਰਿਆ ਨਹੀਂ। ਸਾਰੀ ਉਮਰ ਕਰਨੀ ਕਮਾਈ ਹੈ, ਕਥਨੀ ਨਹੀਂ ਕੀਤੀ। ਵੱਡੇ ਭਾਗ ਅਸੀਂ ਜੁੜੇ ਆ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਅਦਭ ਸੇਵਕਾਂ ਨੂੰ ਦਿੱਤਾ, ਜੋ ਅੱਜ ਵੀ ਬਰਕਰਾਰ ਹੈ। ਜਿਹੜਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਾਨਕਸਰ ਸਾਹਿਬ ਦੀ ਧਰਤੀ ਤੇ ਹੁੰਦਾ ਹੈ, ਕਿਤੇ ਹੋਰ ਤੁਸੀਂ ਦੁਨੀਆ 'ਚ ਚਲੇ ਜਾਓ ਨਹੀਂ ਵੇਖੋਗੇ। ਇੱਥੇ ਕੇਵਲ ਕਿਹਾ ਨਹੀਂ ਜਾਂਦਾ। ਮੈਂ ਹੁਣ ਆਪਣੇ ਦੂਜੇ ਪ੍ਰਕਰਨ ਵੱਲ ਆ ਰਿਹਾ। ਬਾਣੀ ਗੁਰੂ
गुरु है बाणी विच बाणी अमृत सारे। गुर बाणी कहे सेवक जन मानै प्रतख गुरु निसारे। जेड़ा प्रतख गुरु निस्तारा करदा है, जेड़ी बाणी गुरु है, गुरु बाणी है। ये महापुरखा ने वो कथन नू केवल पढ़िया नहीं, आज्ञा पई अकाल की तबे चलायो पंथ। सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे। प्रतख गुरु नानक साहब महाराज मन्निया जाता है इस घर विच। साध संगत जी, जेड़ा असीं पहला प्रकाश गुरु ग्रंथ साहब महाराज दा मनाउने आ, की है? मैं थोड़े शब्दां च कह के खिमा दा जाचक हो जाना। जथा पहुंच गया सत्कारयोग ज्ञानी तरसेम सिंह जी मंड कवीशरी जथा श्री अंम੍ਰਿਤਸਰ साहब तो हुणे पिछे जे गुरमुख प्यारे यूके इंग्लैंड प्रचार प्रसार गुरु नानक साहब महाराज के घर की वड्याई संगतां नूं हर जस श्रवण करा के आए, सेवा करके आए। साध संगत जी, बेनती करा, भाई गुरदास साहब कहते ने आसा हथ किताब कश। गुरु नानक साहब महाराज जदों चले ना, वो कहते ने उन्हां दे खब्बे हथ विच एक लकड़ी है, सोटी है, छड़ी है, ते गुरु नानक साहब महाराज दे सज्जे हथ विच एक किताब है। उन्होंने हजूर ने इस तरह अपनी हिकड़ी नाल लाया होया। वो पोथी एक पिंगल दे तोल मुताबिक उन्होंने किताब शब्द लिखा गया। वैसे पोथी है, जिन्नी बाणी आउंदी है गुरु नानक साहब महाराज उस पोथी ते लिख लेंगे, उस पोथी विच दर्ज कर देंगे। जिन्नी बाणी सज्जन ठग दे परथाए उजल कहा चिलकना कोटम कालड़ी मस, ये शब्द उच्चारण किया ते लिख लिया। दीपालपुर दे कोड़ी नूरी दा आत्मक इलाज कीता सी, कोड़ दूर कीता। उत्थे हजूर ने कहा जियो तपता है बारो बार, तप तप खपे बहुत बेकार। जय तन बाणी बिसर जाए जो पक्का रोगी विल लाए। वो शब्द जेड़े आउंदे वो गुरु साहब बाणी उस पोथी विच अंकित कर लैंदे। जदों गुरु अंगद देव महाराज जी सच्चे पातशाह नूं तखत दिता ना, जिहड़ी राती मैं सांझ करके गया सा, तित महल शब्द जो हुआ सो पोथी गुर अंगद जोग मिली। वो पोथी फिर गुरु नानक साहब महाराज जी ने बाबा लहणा जी जदों गुरु अंगद देव महाराज जी बनाए ते उन्हां नूं दे दित्ती। छोटी गल कर रहे हैं, जदों बाबा अमरदास महाराज 12 सालां दी घलना गागर दी सेवा गुरु नानक साहब महाराज दे घर दी टहल कमाई जदों वो पूर्ण चढ़े, फिर वो पोथी गुरु अंगद देव महाराज जी ने तखत दिता। धन धन श्री गुरु अमरदास महाराज बनाया, तीजे पातशाह नूं पोथी दे दित्ती। इत्थे हुण सिख जिहड़े सन वो शब्द पोथियां विच लिख लैंदे सन। उस वेले दूर दराडे दे सिख गुरु घर विच आउंदे ते पत्रियां ते बाणी लिख के लै जांदे, कागजां ते बाणी जिवें भी वसीला बनदा वो बाणी लिख के लै जांदे ते बाणी पढ़दे सन। अज साडे कोल सुख सहूलतां बहुत है, पर गुरु दरबार दे साध संगत दी दर्शन नहीं। जे आखिए ना बावां खड़ियां करो भी किन्ना किन्ना श्री अंम੍ਰਿਤਸਰ साहब दे साल दे विच एक बारी दर्शन कीते है, ते बहुत घट शरीर रह जाणगे जिहड़े दरबार साहब गए। पर पुरातन सिखां दी जदों गाथा पढ़ी दी ना साध संगत जी, वो सिख 6 महीनों दे विच एक बारी श्री हरमंदर साहब श्री दरबार साहब आउंदे सन। श्री अंम੍ਰਿਤਸਰ साहब दर्शन इशनान भावना नाल करदे ते ओ साडे वांगू नहीं वारता करदे आउंदे सन। वो रस्ते विच आउंदे बाणी दे कीर्तन गायन करदे आउंदे, जोटियां नाल शब्द पढ़दे, करतालां ढोलकियां चिमटियां दे नाल कीर्तन गाउंदे आउंदे सन। जिथे संध्या हो जानी उत्थे संध्या वेले दा नेम होना, अमृत वेले जिथे रुके उत्थे अमृत वेला संगत विच हुंदा सी। इत्थे असीं तां हरेक आपो अपने मोबाइल 'च फसे आ। दूजियां पहली गल जांदे नहीं, जे जाइए तो सानू पता ही नहीं सी आए कित्थे ते चले की इंग्लैंड सा, जाके आ गया तो की लैके आए आ, असी गए कित्थे आ सानू कोई पता नहीं। उस वेले संगत गड्डियां ते आउंदी, खच्चरां ते असवार होके बजुर्ग आउंदे, पैदल आउंदे सन।
ਗੋਇੰਦਵਾਲ ਸਾਹਿਬ ਨੂੰ ਸੰਗਤ ਆ ਰਹੀ ਹੈ, ਲਿਖਿਆ ਮਿਲਦਾ ਸੁੱਧ ਪ੍ਰਕਾਸ਼ ਗ੍ਰੰਥ ਵਿੱਚ ਬਹੁਤ ਜ਼ਿਆਦਾ ਸੰਗਤ ਗੱਡਿਆਂ ਤੇ ਆਈ। ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ, ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸੰਗਤਾਂ ਐਵੇਂ ਆਉਂਦੀਆਂ ਸਨ। ਤੇ ਸੰਗਤਾਂ ਆਉਂਦੀਆਂ ਵੱਡੇ ਵੱਡੇ ਪੱਤਿਆਂ ਦੇ ਉੱਤੇ ਬਾਣੀ ਲਿਖ ਕੇ ਲੈ ਜਾਂਦੇ। ਬਾਣੀ ਦੂਰ ਤੱਕ ਪੋਥੀਆਂ ਦੇ ਰੂਪ ਵਿੱਚ ਪਹੁੰਚ ਗਈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਤਖਤ ਮਿਲਿਆ ਤੇ ਕੁਝ ਪੋਥੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਨੂੰ ਅਰਪਣ ਕਰ ਦਿੱਤੀਆਂ ਤਖਤ ਮਿਲਣ ਤੋਂ ਬਾਅਦ, ਗੁਰਤਾ ਮਿਲਣ ਤੋਂ ਬਾਅਦ। ਕੁਝ ਪੋਥੀਆਂ ਜੇ ਗੋਇੰਦਵਾਲ ਸਾਹਿਬ ਮੌਜੂਦ ਸਨ। ਪੋਥੀਆਂ ਡਬਲ ਵੀ ਬਾਣੀ ਦੇ ਉਤਾਰੇ ਹੋ ਗਏ ਸੀ। ਉਹ ਫਿਰ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਆਇਆ, ਉਹ ਬਾਣੀ ਦੀ ਪੋਥੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਪਿਤਾ ਗੁਰੂ ਰਾਮਦਾਸ ਮਹਾਰਾਜ ਨੇ ਤਖਤ ਦੇਣ ਵੇਲੇ ਵਡਿਆਈ ਜਦੋਂ ਮਿਲੀ ਉਦੋਂ ਪਹਿਲਾਂ ਦੇ ਦਿੱਤੀ। ਇੱਕ ਦਿਨ ਕੀਰਤਨ ਦੇ ਵਿੱਚ ਕਿਸੇ ਨੇ ਕੱਚੀ ਬਾਣੀ ਦਾ ਸ਼ਬਦ ਹਰਮੰਦਰ ਸਾਹਿਬ ਵਿੱਚ ਪੜ੍ਹ ਦਿੱਤਾ। ਹਰ ਜੀ ਨੇ ਬਾਣੀ ਉਚਾਰਨ ਕੀਤੀ, ਸਿੱਖਾਂ ਨੇ ਉਹ ਵੀ ਵਿੱਚ ਜਿਹੜੇ ਲਖਾਰੀ ਸਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਪਾ ਦਿੰਦੇ ਸੀ। ਬਾਬੇ ਪਿਰਸੀਏ ਦਾ ਪੁੱਤਰ ਮਿਹਰਬਾਨ, ਉਹ ਵਿਦਵਾਨ ਸੀ, ਉਹ ਵੀ ਬਾਣੀ ਲਿਖਣ ਲੱਗ ਪਿਆ ਸੀ। ਉਹਨੇ ਆਪਣੀ ਬਾਣੀ ਬਣਾ ਦਿੱਤੀ। ਪੁੱਤ ਪਿਰਸੀਏ ਕਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਉਰਦੂ ਨਾਲੇ ਗੁਰਮੁਖੀ ਪੜੇ, ਤਿੰਨ ਪੀ ਬਾਣੀ ਬਹੁਤ ਬਣਾਈ, ਭੋਗ ਸ਼੍ਰੀ ਨਾਨਕ ਜੀ ਕਾ ਪਾਈ। ਉਹ ਵੀ ਨਾਨਕ ਨਾਮ ਧਿਆਇਆ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਦਿੰਦਾ ਸੀ। ਹੁਣ ਕੱਚੀ ਬਾਣੀ ਤੇ ਪੱਕੀ ਬਾਣੀ ਦਾ ਪਤਾ ਨਹੀਂ ਸੀ ਲੱਗਦਾ। ਇੱਕ ਦਿਨ ਸ਼੍ਰੀ ਹਰਮੰਦਰ ਸਾਹਿਬ ਮਹਾਰਾਜ ਪਰਿਕਰਮਾ ਵਿੱਚ ਆ ਰਹੇ ਨੇ ਤੇ ਗੁਰੂ ਅਰਜਨ ਦੇਵ ਮਹਾਰਾਜ ਕੀ ਸੁਣਦੇ ਨੇ ਕਿ ਕੱਚੀ ਬਾਣੀ ਦਾ ਕਿਸੇ ਨੇ ਸ਼ਬਦ ਪੜ੍ਹ ਦਿੱਤਾ। ਉਦੋਂ ਪਹਿਲਾਂ ਇੱਕ ਵਿਚਾਰ ਹੋਰ ਉਪਜੀ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੰਥ ਬਹੁਤ ਦੂਰ ਤੱਕ ਫੈਲ ਗਿਆ। ਗੁਰੂ ਅਰਜਨ ਦੇਵ ਮਹਾਰਾਜ ਵਿਚਾਰਦੇ ਨੇ ਇਸ ਪੰਥ ਵਾਸਤੇ ਇੱਕ ਗ੍ਰੰਥ ਕਰਨਾ ਚਾਹੀਦਾ। ਪਹਿਲਾ ਕਾਰਨ ਇਹ ਸੀ। ਦੂਜਾ, ਕੱਚੇ ਜਿਹੜੇ ਸਨ ਧੁਰਕੀ ਬਾਣੀ ਵਿੱਚ ਰਲਾ ਪਾਉਣ ਲੱਗ ਪਏ ਸੀ। ਸਾਧ ਸੰਗਤ ਜੀ, ਉੱਥੇ ਬਚਨ ਇਹ ਪੜ੍ਹੇ ਮਿਲਦੇ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਰੀ ਜਿਹੜੀ ਬਾਣੀ ਸੀ ਉਹਨੂੰ ਇਕੱਤਰ ਕਰਨ ਦਾ, ਸੰਪਾਦਨਾ ਕਰਨ ਦਾ ਫੈਸਲਾ ਕੀਤਾ। ਸਾਧ ਸੰਗਤ ਜੀ, ਉੱਥੇ ਬਚਨ ਮਿਲਦੇ ਨੇ ਬਾਣੀ ਦੇ ਇਤਿਹਾਸ ਦੇ ਬਚਨ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਏਕ ਦਿਵਸ ਪ੍ਰਭ ਪ੍ਰਤਿ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਜੈ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਇੱਕ ਦਿਨ ਅੰਮ੍ਰਿਤ ਵੇਲੇ ਮਨ ਵਿੱਚ ਬਾਤ ਉਪਜੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੰਥ ਬਹੁਤ ਵੱਡਾ ਵੱਧ ਗਿਆ, ਇਹਦੇ ਵਾਸਤੇ ਗ੍ਰੰਥ ਕਰਨਾ ਚਾਹੀਦਾ। ਸਾਧ ਸੰਗਤ ਜੀ, ਹਿਲਚੁਲ ਹੋ ਜਾਏ ਫਿਰ ਲੜੀ ਗਵਾਚ ਜਾਂਦੀ। ਸਾਰੀ ਸੰਗਤ ਕਿਰਪਾ ਕਰੋ, ਥੋੜੀ ਇਕਾਗਰਤਾ ਆਵੇ। ਉੱਚੀ ਆਵਾਜ਼ ਵਿੱਚ ਪੜਿਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਲਿਖਿਆ ਹੈ ਕਿ ਇੱਕ ਦਿਵਸ ਪ੍ਰਭ ਪ੍ਰਤਿ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਜੈ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ ਅਬ ਗ੍ਰੰਥ। ਇੱਕ ਗ੍ਰੰਥ ਕਰਨਾ ਚਾਹੀਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੰਥ ਜਿਹੜਾ ਬਹੁਤ ਦੂਰ ਤੱਕ ਫੈਲ ਗਿਆ। ਤੇ ਮਹਾਰਾਜ ਜੀ ਨੇ ਵਿਚਾਰਿਆ, ਸਤਿਗੁਰ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਾ ਦਰਸੇ ਹੈ। ਸਤਿਗੁਰੂ ਜੀ ਦਾ ਜਿਹੜਾ ਸਰੀਰ ਹੈ, ਮਹਾਰਾਜ ਜੀ ਦਾ ਸਰੀਰ ਤਾਂ ਹੈ। ਗੁਰੂ ਸਾਹਿਬ ਜੀ ਬਿਰਾਜਮਾਨ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ, ਤੇ ਜਿਹੜੀਆਂ ਸੰਗਤਾਂ ਪੱਛਮੀ ਬੰਗਾਲ 'ਚ ਬੈਠੀਆਂ ਉਹ ਕਿਵੇਂ ਦਰਸ਼ਨ ਕਰਨ? ਇਹ ਮਨ ਵਿੱਚ ਖਿਆਲ ਆਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਇਹ ਵਿਚਾਰ ਉਪਜੀ
ਜਿਹੜੀਆਂ ਸੰਗਤਾਂ ਸ਼੍ਰੀਲੰਕਾ ਦੀ ਧਰਤੀ ਤੇ ਨੇ ਉਹ ਕਿਵੇਂ ਦਰਸ਼ਨ ਕਰਨ। ਸਤਿਗੁਰ ਕੇਰ ਸਰੀਰ ਹੈ ਜੋ ਸਭ ਸਥਾਨ ਸਭ ਨਾਮ ਦਰਸੇਖ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖ ਕੇ ਗ੍ਰੰਥ ਤਿਆਰ ਕਰ ਦਿੱਤਾ, ਹਜੂਰ ਕਹਿੰਦੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਹੇ ਹੈ। ਬਈ ਸਿੱਖੋ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਸਰੂਪ ਹੈ, ਗੁਰੂ ਕਾ ਹਿਰਦਾ ਜਾਨ। ਗ੍ਰੰਥ ਰਿਦਾ ਗੁਰ ਕਾ ਇਹ ਜਾਨੋ ਉੱਤਮ ਹੈ ਸਭ ਕਾਲ ਰਖ ਹੈ। ਮੇਰੇ ਸਰੂਪ ਤੇ ਜਾਤੇ ਦੀਰਘ। ਹੁਣ ਹਜੂਰ ਸੱਚੇ ਪਾਤਸ਼ਾਹ ਨੇ ਆਖਿਆ ਵੀ ਬਾਣੀ ਦਾ ਸਤਿਕਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਾਡੇ ਤੋਂ ਜ਼ਿਆਦਾ ਕਰਨਾ ਬਾਣੀ ਦਾ ਸਤਿਕਾਰ। ਧਿਆਨ ਦਿਆ ਜੇ ਆਪਾਂ ਸਤਿਕਾਰ ਕਿੰਨਾ ਕੁ ਕਰਦੇ ਆ। ਗੁਰੂ ਸਾਹਿਬ ਆਪ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਰੱਬ ਪਰਮੇਸ਼ਰ ਕਹਿੰਦੇ ਸਾਡੇ ਸਰੂਪ ਤੇ, ਮੇਰੇ ਸਰੂਪ ਤੇ ਯਾਦ ਤੇ ਦੀਰਘ। ਦੀਰਘ ਦਾ ਅਰਥ ਹੁੰਦਾ ਵੱਡਾ, ਵੱਡਾ ਮਹਾਤਮਾ ਹੈ ਬਾਣੀ ਦਾ। ਪੋਥੀ ਦਾ ਥਾਂ ਵੱਡਾ ਹੈ, ਸਾਡੇ ਨਾਲੋਂ ਵੱਡਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ ਮੇਰੇ ਸਰੂਪ ਤੇ ਯਾਦ ਤੇ ਦੀਰਘ ਸਾਹਿਬ ਜਾਣ ਅਦਾਇਬ ਦਹਿ। ਸਾਹਿਬ ਜਾਣ ਕੇ ਅਦਬ ਕਰਨਾ ਹੈ ਬਾਣੀ ਦਾ। ਤੇ ਸਤਵੇਂ ਪਾਤਸ਼ਾਹ ਜੀ ਨੇ ਸਿੱਖਾਂ ਨੇ ਪੁੱਛਿਆ ਸੀ ਬਾਣੀ ਦਾ ਅਦਬ ਸਤਕਾਰ, ਬਾਣੀ ਬਾਰੇ ਪੁੱਛਿਆ ਸੀ ਤੇ ਹਜੂਰ ਨੇ ਆਖਿਆ ਸੀ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾਹੀ ਹਮਾਰਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਉਂਦਾ ਹੋਵੇ ਤੇ ਆਪਾਂ ਆਉਂਦੇ ਹੋਈਏ, ਮੋਟਰਸਾਈਕਲ ਗੱਡੀ ਵਾਲਾ ਕਦੇ ਖਲੋਤਾ ਵੇਖਿਆ, ਦੱਬ ਕੇ ਭਜਾ ਕੇ ਲੈ ਜਾਂਦੇ ਕੋਲ। ਨਹੀਂ ਸਾਧ ਸੰਗਤ ਜੀ, ਉੱਥੇ ਆਪਣਾ ਵਾਹਨ ਰੋਕੋ, ਇਹ ਯਤਨ ਕਰੋ ਜੋੜਾ ਵੀ ਉਤਾਰੋ। ਤੁਹਾਡੇ ਗੁਰੂ ਦਾ ਸਰੂਪ ਆ ਰਿਹਾ, ਤੁਹਾਡਾ ਪ੍ਰਤੱਖ ਗੁਰੂ ਨਾਨਕ ਪਾਤਸ਼ਾਹ ਆ ਰਿਹਾ, ਮਾਲਕ ਆਉਂਦਾ ਹੋਵੇ, ਪਰਮੇਸ਼ਰ ਆਉਂਦਾ ਹੋਵੇ, ਉਹਦਾ ਸਤਿਕਾਰ ਇਵੇਂ ਕਰਨਾ। ਉਤਰੋ, ਸਿਰ ਢੱਕੋ, ਕਦਮਾਂ 'ਚ ਜੋੜਾ ਉਤਾਰੋ, ਝੁਕ ਕੇ ਗੁਰੂ ਸਾਹਿਬ ਨੂੰ ਮੱਥਾ ਟੇਕੋ। ਜਿੰਨਾ ਚਿਰ ਹਜੂਰ ਲੰਘ ਨਾ ਜਾਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਹ ਦੂਰ ਤੱਕ ਨਹੀਂ ਚਲਾ ਜਾਂਦਾ, ਉਹਨਾਂ ਚਿਰ ਟਿਕੇ ਰਹਿਣਾ ਚਾਹੀਦਾ। ਪਰ ਸਾਡੇ ਕੋਲ ਅਦਬ ਨਹੀਂ। ਜਿੰਨੇ ਮਰਜ਼ੀ ਮੱਥੇ ਟੇਕੋ, ਜਿੰਨਾ ਮਰਜ਼ੀ ਜਪ ਤਪ ਕਰੀ ਜੋ ਕਰਾਈ ਜੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਕਰਾਉਣੇ ਆ। ਹਜੂਰ ਕਹਿੰਦੇ ਨੇ ਜਿਨ ਪੈ ਅਦਬ ਨਾ ਬਾਣੀ ਧਾਰਾ। ਗੁਰੂ ਕਾ ਬਚਨ ਇਤਿਹਾਸ ਦਾ ਬੋਲ ਹੈ, ਮੈਂ ਕੋਲੋਂ ਨਹੀਂ ਕਹਿ ਰਿਹਾ ਜੀ। ਸੂਰਜ ਪ੍ਰਕਾਸ਼ ਦੀਆਂ ਸਤਰਾਂ ਨੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੀ ਹਮਾਰਾ। ਉਹ ਸਾਡਾ ਸਿੱਖ ਨਾ ਜਾਣੋ ਜਿਹਨੂੰ ਗੁਰੂ ਬਾਣੀ ਦਾ ਅਦਬ ਨਹੀਂ, ਸਤਿਕਾਰ ਨਹੀਂ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਮੇਰੇ ਸਰੂਪ ਤੇ ਯਾਦ ਤੇ ਦੀਰਘ ਸਾਹਿਬ ਜਾਣ ਅਦਾਇਬ ਦੇ ਹੈ। ਉਹ ਸਿੱਖੋ ਸਾਡੇ ਸਰੂਪ ਤੋਂ ਵੱਡਾ ਸਰੂਪ ਬਾਣੀ ਦਾ ਹੈ। ਸਾਹਿਬ ਜਾਣਨਾ ਬਾਣੀ ਨੂੰ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਬਾਣੀ ਗੁਰੂ ਹੀ ਬਾਣੀ ਹੈ। ਸਾਡੇ ਤੋਂ ਵੱਡਾ ਜਾਣਨਾ ਮਹਾਰਾਜ ਜੀ ਕਹਿੰਦੇ। ਕਿੰਨਾ ਕੁ ਵੱਡਾ ਜਾਣਿਆ। ਪ੍ਰਕਾਸ਼ ਹੋਇਆ, ਸੁੱਖ ਆਸਣ ਸ਼ਾਮ ਨੂੰ ਬਾਬਾ ਬੁੱਢਾ ਜੀ ਪੁੱਛਦੇ ਜੀ ਕਿੱਥੇ ਕਰਨਾ ਹੈ। ਹਜੂਰ ਕਹਿੰਦੇ ਜਿਸ ਕੋਠਾ ਸਾਹਿਬ ਅਸੀਂ ਆਰਾਮ ਕਰਦੇ ਆ ਨਾ, ਉਹ ਕੋਠੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਆਰਾਮ ਕਰਿਆ ਕਰਦੇ। ਕਹਿੰਦੇ ਭਾਈ ਉੱਥੇ ਸੋਹਣਾ ਬੈੱਡ ਸਵਾਰੋ। ਉਸ ਵੇਲੇ ਸੋਹਣਾ ਪਲੰਘਾ ਡਾਇਆ ਗਿਆ, ਸੋਹਣਾ ਵਿਛਾਉਣਾ ਕੀਤਾ ਤੇ ਉਹਦੇ ਤੇ ਸ਼ਾਮ ਨੂੰ ਰਾਤ ਨੂੰ ਸੁੱਖ ਆਸਣ ਕੀਤੇ ਗਏ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਦੋਂ 1 ਸਤੰਬਰ ਸਨ 1604 ਨੂੰ ਪਹਿਲਾ ਪ੍ਰਕਾਸ਼ ਹੋਇਆ, ਸ਼ਾਮ ਨੂੰ ਉੱਥੇ ਵਿਰਾਜਮਾਨ ਕੀਤੇ ਗਏ। ਸਿੱਖਾਂ ਆਖਿਆ ਜੀ ਹੁਣ ਤੁਸੀਂ ਕਿੱਥੇ ਆਰਾਮ ਕਰੋਗੇ। ਹਜੂਰ ਕਹਿੰਦੇ ਇਸ ਪਲੰਘੇ ਦੇ ਥੱਲੇ ਚਾਦਰ ਡਾ ਦਿਓ। ਜਿਤਨੀ ਹਜਾਤੀ, ਜਿਤਨੀ ਆਜੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੀਰ ਵਿੱਚ ਰਹੇ, ਸਿੱਖੋ ਫਿਰ ਉਸ ਚਾਦਰ ਤੇ ਆਰਾਮ ਕਰਦੇ ਰਹੇ। ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਹੁੰਦਾ ਸੀ, ਥੱਲੇ ਪਲੰਘੇ ਦੇ ਚਾਦਰ ਵਿਛਦੀ, ਉੱਥੇ ਆਰਾਮ ਕਰਦੇ। ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਏ ਹੋਣ, ਗੁਰਮੁਖੋ ਖਿਮਾ ਕਰਿਓ, ਆਪਾਂ ਤਾਂ ਪਲੰਘਿਆਂ ਤੇ ਚੜ ਕੇ ਬਹਿ ਜਾਂਦੇ, ਕੁਰਸੀਆਂ ਤੇ ਚੜ ਕੇ ਬੈਠਨੇ, ਮੰਜੇ ਢਾ ਲੈਨੇ ਸਾਹਮਣੇ ਮਹਾਰਾਜ। ਤੁਹਾਡਾ ਗੁਰੂ ਕੀ ਸਿੱਖਿਆ ਦੇ ਕੇ ਗਿਆ। ਗੁਰੂ ਸਾਹਿਬ ਪਲਘੇ ਤੇ ਤਖਤ ਤੇ ਬਿਰਾਜਮਾਨ ਹੋਣਗੇ, ਆਪ
ਥੱਲੇ ਚਾਦਰ ਡੈਂਦੀ ਤੇ ਚਾਦਰ ਤੇ ਆਰਾਮ ਕਰਦੇ। ਅੱਜ ਵੀ ਸ਼੍ਰੀ ਕੋਠਾ ਸਾਹਿਬ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਇਓ, ਅੱਜ ਵੀ ਉੱਥੇ ਵੇਖਿਓ ਚਾਦਰ ਅੱਜ ਵੀ ਗੁਰੂ ਅਰਜਨ ਦੇਵ ਮਹਾਰਾਜ ਦੀ ਡੈਂਦੀ ਹੈ। ਮੈਂ ਬੇਨਤੀ ਕਰਾਂ, ਜਿੱਥੋਂ ਵੀ ਆਪ ਗੁਰੂ ਦਰੇਡੇ ਤੋਂ ਸੰਗਤਾਂ ਆਏ ਹੋਣਾ, ਸਾਧ ਸੰਗਤ ਜੀ, ਜਿਹੜੇ ਵੀ ਪਿੰਡਾਂ ਵਿੱਚ ਗੁਰਦੁਆਰੇ ਨੇ, ਗ੍ਰੰਥੀ ਸਾਹਿਬਾਨਾਂ ਨੂੰ ਬੇਨਤੀ ਕਰੋ, ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚਖੰਡ ਵਿੱਚ ਉਹ ਵੱਡੇ ਪਲੰਘੇ ਲਾਓ ਤੇ ਪਲੰਘੇ ਥੱਲੇ ਚਾਦਰ ਡਾਓ। ਸਿੱਖੋ, ਤੁਹਾਡੀ ਭਾਵਨਾ ਹੋਣੀ ਚਾਹੀਦੀ ਵੀ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਆਰਾਮ ਕਰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਨੇ ਚਾਦਰ ਡਾਈ ਹੈ, ਉਹ ਚਾਦਰ ਸਾਨੂੰ ਵਿਛਾਉਣੀ ਚਾਹੀਦੀ ਹੈ। ਆਖਿਆ ਜੀ, ਸਾਹਿਬ ਜਾਨ ਅਦਾਇਬ ਦਹਿ, ਅਦਬ ਕਰਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ। ਤੇ ਫਿਰ ਉਹ ਸਾਰੀਆਂ ਪੋਥੀਆਂ ਇਕੱਤਰ ਕੀਤੀਆਂ, ਗੋਇੰਦਵਾਲ ਸਾਹਿਬ ਤੋਂ ਪੋਥੀਆਂ ਮੰਗਵਾਈਆਂ। ਵੱਡੀ ਵਾਰਤਾ, ਮੈਂ ਛੋਟੀ ਗੱਲ ਕਹਿ ਰਿਹਾ। ਤੇ ਸ਼੍ਰੀ ਰਾਮਸਰ ਸਾਹਿਬ ਦੇ ਸਰੋਵਰ ਦੇ ਕੰਢੇ ਤੇ ਸ਼ਮਿਆਨੇ ਲਾਏ ਗਏ। ਭਾਈ ਗੁਰਦਾਸ ਜੀ ਦੀ ਕਲਮ ਦੇ ਵਿੱਚੋਂ ਬਾਣੀ ਲਿਖਵਾਈ। ਭਾਈ ਬੰਨੋ ਜੀ ਗੁਰੂ ਕੇ ਸਿੱਖ ਹੋਏ, ਉਹ ਦੁਆਤ ਕਲਮ ਤੇ ਸ਼ਾਹੀ ਆਦਿਕ ਦੀ ਸੁਧਾਰ ਕੇ ਸੇਵਾ ਕਰਦੇ ਰਹੇ, ਕੋਲ ਪੱਤਰੇ ਸਵਾਰ ਕੇ ਦਿੰਦੇ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਆਪ ਉਪਦੇਸ਼ ਕਰਦੇ ਸਨ, ਕੱਲ ਵੀ ਬੇਨਤੀ ਕਰ ਗਿਆ ਸਾਂ, ਉੱਥੇ ਡਿਊਟੀ ਬਾਬਾ ਬੁੱਢਾ ਜੀ ਦੀ ਲਾਈ। ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਥਾਂ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਬਾਣੀ ਲਿਖਾਉਂਦੇ ਆ। ਬਾਣੀ ਦੀ ਸੰਪੰਨਤਾ ਹੋਈ, ਸਾਰੀ ਬਾਣੀ ਲਿਖੀ ਗਈ ਤੇ ਉੱਥੇ ਇਤਿਹਾਸ ਵਿੱਚ ਲਿਖਿਆ ਮਿਲਦਾ ਵੀ ਪਹਿਲਾਂ ਉਧਰ ਸੰਗਤ ਨੂੰ ਕਿਸੇ ਨੂੰ ਜਾਣ ਦਾ ਹੁਕਮ ਨਹੀਂ ਸੀ, ਉਸ ਪਾਸੇ ਸ਼ਮਿਆਨੇ ਲਾਏ ਸਨ। ਸਾਧ ਸੰਗਤ ਜੀ, ਸ਼ਮਿਆਨੇ ਲਾਏ ਗਏ, ਸਾਰੀਆਂ ਸੰਗਤਾਂ ਇਕੱਤਰ ਹੋਈਆਂ। ਸੰਗਤਾਂ ਇਕੱਤਰ ਹੋਈਆਂ। ਅੱਜ ਰਾਤ ਨੂੰ ਸਾਰੀ ਤਿਆਰੀ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਲੰਘੇ ਸਾਹਿਬ ਉੱਪਰ ਬਿਰਾਜਮਾਨ ਸਨ ਤੇ ਸਾਰੀਆਂ ਸੰਗਤਾਂ ਨੇ ਉੱਥੇ ਰਾਤ ਨੂੰ ਭੁੰਜੇ ਆਰਾਮ ਕੀਤਾ। ਉੱਥੇ ਬਚਨ ਮਿਲਦਾ ਇਤਿਹਾਸ ਦਾ, ਕਹਿੰਦੇ ਨੇ ਵੀ ਭੂਮ ਸੈਣ ਸਭ ਤਹਾਂ ਬਰਾਜੇ, ਸ਼੍ਰੀ ਗ੍ਰੰਥ ਮੰਦਰ ਮੰਜੀ ਪਰ ਛਾਜੇ। ਮੰਜੀ ਸਾਹਿਬ ਦੇ ਉੱਪਰ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ। ਸਾਰੀ ਸੰਗਤ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਤ ਭੁੰਜੇ ਥੱਲੇ ਆਰਾਮ ਕੀਤਾ। ਅੰਮ੍ਰਿਤ ਵੇਲੇ ਢੋਲਕੀਆਂ ਚਿਮਟਿਆਂ ਦੇ ਨਾਲ, ਖੜਤਾਲਾਂ ਦੇ ਨਾਲ ਕੀਰਤਨ ਗਾਉਂਦਿਆਂ ਹੋਇਆਂ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਸਰੂਪ ਦਿੱਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਵਾਰਾ ਦਿੱਤਾ। ਚਵਰ ਕਰਦਿਆਂ ਹੋਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼੍ਰੀ ਹਰਿਮੰਦਰ ਸਾਹਿਬ ਆਏ। ਮੰਜੀ ਸਾਹਿਬ ਸਵਾਰੀ ਹੋਈ ਸੀ, ਪੀੜਾ ਸਾਹਿਬ ਸਵਾਰਿਆ, ਉਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰੱਖਿਆ ਗਿਆ। ਪਹਿਲਾ ਪ੍ਰਕਾਸ਼ ਕਿਵੇਂ ਹੋਇਆ, ਥੋੜੇ ਮਿੰਟਾਂ 'ਚ ਕਹਿ ਕੇ ਸਮਾਪਤੀ ਕਰ ਰਿਹਾ, ਚੰਦ ਮਿੰਟ 2-4 ਮਿੰਟ ਲੈਣੇ ਸਾਸਨ। ਉੱਥੇ ਜਦੋਂ ਰੱਖ ਕੇ ਗੁਰੂ ਸਾਹਿਬ ਦਾ ਸਵਾਰਾ ਲਿਆਂਦਾ ਗਿਆ, ਬਿਰਾਜਮਾਨ ਕੀਤਾ ਗਿਆ, ਅਰਦਾਸ ਹੋਈ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਬਾਬਾ ਬੁੱਢਾ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੇ ਸਭ ਪੰਥ। ਬਾਬਾ ਬੁੱਢਾ ਜੀ ਤੁਸੀਂ ਹਜ਼ੂਰ ਬੈਠੋ। ਪ੍ਰਕਾਸ਼ ਬਾਬਾ ਬੁੱਢਾ ਜੀ ਨੇ ਕੀਤਾ। ਉੱਥੇ ਮਿਲਦਾ ਬਚਨ, ਅਦਬ ਸੰਗ ਗ੍ਰੰਥ ਜਬ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਤੇ ਪਹਿਲਾ ਹੁਕਮਨਾਮਾ ਸਾਹਿਬ ਆਇਆ, ਸੁਖੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਾਰਾ ਦਿਨ ਸੰਗਤਾਂ ਦਰਸ਼ਨ ਕਰਦੀਆਂ ਰਹੀਆਂ, ਅੰਮ੍ਰਿਤ ਬਾਣੀ ਦੇ ਕੀਰਤਨ ਹੁੰਦੇ ਰਹੇ। ਸ਼ਾਮ ਨੂੰ ਕੋਠਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਿਰਾਜਮਾਨ ਕੀਤਾ ਗਿਆ। ਪਹਿਲਾਂ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਰਾਜਦੇ ਸਨ, ਉਪਦੇਸ਼ ਦਿੰਦੇ ਸੀ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ 1 ਸਤੰਬਰ ਸਨ 1704 ਤੋਂ ਲੈ ਕੇ ਅੱਜ ਤੱਕ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਆਉਂਦਾ ਹੈ। ਸ਼ਾਮ ਨੂੰ ਸੁੱਖ ਆਸਣ ਹੋ ਕੇ ਕੋਠਾ ਸਾਹਿਬ ਗੁਰੂ ਸਾਹਿਬ ਬਿਰਾਜਮਾਨ ਹੁੰਦੇ। ਇਹ ਪੁਰਾਤਨ ਮਰਿਆਦਾ ਐਵੇਂ ਤੁਰੀ ਆਉਂਦੀ। ਬਾਣੀ ਦੇ ਅਦਬ ਸਤਕਾਰ ਵਿੱਚ ਬੇਅੰਤ ਹੀ ਬਚਨ ਹੋਰ ਨੇ, ਇਤਿਹਾਸ ਦੇ ਕਥਨ ਸਾਂਝੇ ਕਰਨੇ ਚਾਹੁੰਦਾ ਸਾਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਇਹਨੇ ਕਥਨ ਕਹਿੰਦਾ ਹੋਇਆ ਦਾਸ ਖਿਮਾ ਨਾ ਜਾਚਕ ਹੈ, ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ। ਅਗਲਾ ਸਮਾਂ ਕਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਜਾ ਰਿਹਾ ਹੈ। ਗਜਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਬਲਵਿੰਦਰ ਸਿੰਘ ਜੀ ਲੁਧਿਆਣਾ ਤੋਂ ਜੋ ਪਹੁੰਚੇ ਹੋਏ ਸਨ ਮਹਾਂਪੁਰਖਾਂ ਦੇ ਪ੍ਰੇਮੀ ਕਥਾਵਾਚਕ ਭਾਈ ਬਲਵਿੰਦਰ ਸਿੰਘ ਜੀ, ਜਿਨ੍ਹਾਂ ਨੇ ਗੁਰ ਇਤਿਹਾਸ ਨਾਲ ਜੋੜ ਕਰਕੇ ਸਰਬੱਤ ਸੰਗਤ ਨੂੰ ਨਿਹਾਲ ਕੀਤਾ ਹੈ। ਗੁਰੂ ਪਿਆਰੋ, ਬੇਨਤੀ ਹੈ ਕਿ ਦੀਵਾਨ ਹਾਲ ਜੋ ਬਾਹਰ ਪੰਡਾਲ ਸੱਜੇ ਹੋਏ ਹਨ, ਹੁਣ ਅਗਲਾ ਦੀਵਾਨ ਉੱਥੇ ਆਰੰਭ ਹੋਣ ਲੱਗਾ ਹੈ। ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਚੱਲ ਕਰਕੇ ਉੱਥੇ ਪੰਡਾਲ ਵਿੱਚ ਸੱਜੋ ਅਤੇ ਜੋ ਗੁਰਬਾਣੀ ਦਾ ਆਨੰਦ ਆਪਾਂ ਮਾਣ ਰਹੇ ਹਾਂ ਉੱਥੇ ਹੀ ਬਾਹਰ ਪੰਡਾਲ ਵਿੱਚ ਮਹਾਂਪੁਰਖਾਂ ਦਾ ਹੁਕਮ ਹੈ ਕਿ ਇਹ ਸਾਰਾ ਹੀ ਦੀਵਾਨ ਸਜਾਇਆ ਜਾਵੇ। ਇਸ ਕਰਕੇ ਬੇਨਤੀ ਪ੍ਰਵਾਨ ਕਰੋ, ਛੇਤੀ ਤੋਂ ਛੇਤੀ ਪੰਡਾਲਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ। ਨਾਲ ਹੀ ਉੱਥੇ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਮੰਡ ਜੀ ਦਾ ਜਥਾ ਪਹੁੰਚ ਚੁੱਕਿਆ ਹੈ, ਹਾਜ਼ਰੀ ਭਰਨਗੇ। ਲਗਭਗ 40 ਮਿੰਟ ਵਾਸਤੇ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਛੇਤੀ ਛੇਤੀ ਉੱਥੇ ਪਹੁੰਚ ਕਰਕੇ ਜੋ ਬਾਹਰੋਂ ਸੰਗਤ ਆ ਰਹੀ ਹੈ ਹੋ ਸਕੇ ਤਾਂ ਉਧਰ ਨੂੰ ਹੀ ਜਾ ਕਰਕੇ ਦਰਸ਼ਨ ਦਿਦਾਰੇ ਗੁਰੂ ਪਾਤਸ਼ਾਹੀ ਜੀ ਵਿੱਚ ਪਹੁੰਚਣ। ਨਾਲ ਹੀ ਗੁਰੂ ਪਾਤਸ਼ਾਹੀ ਦੇ ਸਰੂਪ ਵੀ ਉੱਥੇ ਲਿਜਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।